ਕੀ ਹੋਇਆ? ਹੱਥਾਂ ਨਾਲ ਸੇਵਾ ਕਰਦਾ ਪਿਆ, ਅੱਖਾਂ ਮੈਲੀਆਂ ਨੇ। ਮੇਲੀਆਂ ਨਜ਼ਰਾਂ ਨਾਲ ਸੇਵਾ ਕਰਦੇ ਮੈਂ ਗੁਰਦੁਆਰਿਆਂ 'ਚ ਵੀ ਦੇਖੇ ਨੇ। ਗੁਸਤਾਖੀ ਮਾਫ, ਔਖੇ ਨਾ ਹੋਣਾ। ਮੇਲੀਆਂ ਅੱਖਾਂ ਵਾਲੇ ਮੈਂ ਮੰਦਰਾਂ ਵਿੱਚ ਵੀ ਸੇਵਾ ਕਰਦੇ ਹੋਏ ਦੇਖੇ। ਅੱਖਾਂ ਤੇ ਮੈਲੀਆਂ ਨੇ, ਹੁਣ ਸੇਵਾਦਾਰ ਨੇ, ਅੱਖਾਂ ਤੇ ਮੈਲੀਆਂ ਨੇ। ਇਹਨਾਂ ਅੱਖਾਂ ਨੂੰ ਮਨੁੱਖ ਇਤਨਾ ਸੰਭਾਲ ਕੇ ਨਹੀਂ ਰੱਖਦਾ। ਇਹ ਮੈਲੀਆਂ ਨਾ ਹੋਣ। ਹੱਥ ਵੀ ਧੋ ਲੈਂਦਾ, ਪੈਰ ਵੀ ਧੋ ਲੈਂਦਾ, ਅੱਖਾਂ ਵੀ ਸਾਫ਼ ਕਰ। ਇੰਨੀਆਂ ਮੈਲੀਆਂ, ਇਤਨੀਆਂ ਮੈਲੀਆਂ। ਸਿਆਣੇ ਕਹਿ ਦਿੰਦੇ ਨੇ ਇਹਦੀ ਅੱਖ ਮੈਲੀ ਹੈ, ਠੀਕ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇੰਝ ਕਹਿੰਦੇ ਨੇ, ਦ੍ਰਿਸ਼ਟ ਬਿਕਾਰੀ ਬੰਧਨ ਬਾਂਧੇ ਹਉ ਤਾਂ ਕੇ ਬਲ ਜਾ। ਜਿਹੜਾ ਆਪਣੀ ਅੱਖਾਂ ਨੂੰ ਧੋ ਲੈਂਦਾ, ਨਿਰਮਲ ਕਰ ਲੈਂਦਾ, ਸਭ ਕੁਝ ਸਾਫ਼ ਦਿਖਾਈ ਦਿੰਦਾ, ਮੈਂ ਉਸ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਗੁਰੂ ਨਾਨਕ ਦੇਵ ਜੀ, ਮੈਂ ਉਸ ਤੋਂ ਬਲਹਾਰਨੇ ਜਾਂਦਾ। ਖੈਰ ਲਮਕਾਈ ਗਏ ਨਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਵਿਦੇ। ਐ ਮੇਰੇ ਇਲਾਹੀ, ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ ਨੇ। ਫਿਰ ਦੂਸਰੀ ਪੰਕਤੀ ਤੇ ਕਮਾਲ ਕਰ ਦਿੱਤਾ ਹੈ, ਯਾ ਇਲਾਹੀ ਚਸ਼ਮੇ ਬੀਨਾ ਏ ਵਿਦੇ ਦਰ ਸਰਮ ਅਜ਼ ਇਸ਼ਕ ਸੌਦਾ ਏ ਵਿਦੇ। ਇਸ ਸਿਰ ਦੇ 'ਚ ਉਹ ਇਸ਼ਕ ਦੇ, ਉਹ ਸ਼ਰਧਾ ਦੇ, ਉਹ ਭਾਵਨਾ ਦੇ ਕਿ ਸਾਰੇ ਕਹਿ ਦੇਣ ਨੰਦ ਲਾਲ ਪਾਗਲ ਹੈ, ਪਾਗਲ ਹੈ, ਪਾਗਲ ਹੈ। ਐ ਮੇਰੇ ਗੁਰਦੇਵ, ਅਜੇ ਤੇ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਆਲਮ ਫਾਜ਼ਲ ਕਹਿੰਦੇ ਨੇ। ਮੈਨੂੰ ਅਜੇ ਕਿਸੇ ਨੇ ਪਾਗਲ ਕਹਿਣਾ ਸ਼ੁਰੂ ਨਹੀਂ ਕੀਤਾ। ਭਗਤ ਪਾਗਲਾਂ ਜੈਸੇ ਦਿਖਾਈ ਦਿੰਦੇ ਨੇ, ਇਹ ਵੀ ਮੈਂ ਅਰਜ਼ ਕਰਾਂ ਆਮ ਬੰਦਿਆਂ ਨੂੰ। ਕਿਉਂ? ਉਹਨਾਂ ਦਾ ਰਹਿਣ ਸਹਿਣ, ਤਰਜ਼ੇ ਜ਼ਿੰਦਗੀ ਜਗਤ ਨਾਲ ਤਾਲਮੇਲ ਨਹੀਂ ਖਾਂਦੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਤੇ ਜਿਨ੍ਹਾਂ ਦਾ ਜੋੜ ਆ ਜਾਂਦਾ, ਭਗਤ ਕਹਿਣ ਦੀ ਲੋੜ ਵੀ ਕੀ ਹੈ, ਸੰਤ ਕਹਿਣ ਦੀ ਲੋੜ ਵੀ ਕੀ ਹੈ, ਫਕੀਰ ਕਹਿਣ ਦੀ ਲੋੜ ਵੀ ਕੀ ਹੈ। ਖਾਸ ਦ੍ਰਿਸ਼ਟੀ ਹੋਵੇ ਤੇ ਪਤਾ ਚੱਲ ਜਾਂਦਾ ਇਹਨਾਂ ਦੀ ਤਰਜ਼ੇ ਜ਼ਿੰਦਗੀ ਮੇਲ ਨਹੀਂ ਖਾਂਦੀ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰੀਆਂ ਦੀ ਤਰ੍ਹਾਂ ਦਿਖਾਈ ਦਿੰਦਿਆਂ ਹੋਇਆਂ ਸੰਸਾਰੀ ਨਹੀਂ ਆਉਂਦੇ। ਇੱਕ ਗਾਥਾ ਹੈ ਪੰਚਦਸੀ ਦੇ 'ਚ, ਇੱਕ ਬੋਧ ਬਿਕਸ਼ੂ ਜੋ 8 ਪੈਰ ਧਿਆਨ ਸਾਧਨਾ 'ਚ ਰਹਿੰਦਾ ਸੀ, ਰਸਤੇ 'ਚ ਸੜਕ 'ਚ ਬੈਠਾ। ਆਉਂਦੇ ਜਾਂਦੇ ਜੋ ਲੋਕੀ ਉਸ ਨੂੰ ਬਿਕਸ਼ਾ ਦੇ ਦਿੰਦੇ ਸਨ, ਉਸ ਨਾਲ ਉਸ ਦੀ ਉਪਜੀਵਕਾ ਚੱਲਦੀ ਸੀ। ਵਕਤ ਦਾ ਰਾਜਾ ਵੀ ਰੋਜ਼ ਰੱਥ 'ਤੇ ਬੈਠ ਕੇ ਲੰਘਦਾ ਸੀ, ਰਾਜ ਮਹਿਲਾਂ ਤੋਂ ਰਾਜ ਸਭਾ ਵਿੱਚ ਜਾਂਦਾ ਸੀ, ਉਸੇ ਹੀ ਰਸਤੇ ਤੋਂ। ਮਨ ਵਿੱਚ ਰਾਜੇ ਦੇ ਖਿਆਲ ਆਇਆ, ਭਜਨੀਕ ਬੜਾ ਹੈ, ਲਿਵਲੀਨ ਰਹਿੰਦਾ ਹੈ, ਹਰ ਵਕਤ ਸੁਰਤ ਦੀ ਇਕਾਗਰਤਾ ਦੇ 'ਚ ਰਹਿੰਦਾ ਹੈ। ਇਹਨੂੰ ਆਪਣੇ ਮਹਿਲਾਂ 'ਚ ਬੁਲਾ ਲਿਆ, ਦਾਵਤ ਦੇ ਦਿਆਂ, ਕੁਝ ਦਿਨ ਸਾਡੇ ਮਹਿਲਾਂ 'ਚ ਰਵੇ, 2-4 ਦਿਨ, 8-10 ਦਿਨ। ਇਹ ਮਨ ਦੇ 'ਚ ਸੋਚ ਲਿਆ ਬਈ ਰਾਜ ਸਭਾ ਤੋਂ ਵਾਪਸੀ 'ਤੇ ਆਉਂਦਿਆਂ ਪ੍ਰਾਰਥਨਾ ਕਰਾਂਗਾ, ਮੈਂ ਕਵਾਂਗਾ। ਵਾਪਸ ਆ ਰਿਹਾ, ਝੁੱਗੀ ਕੋਲ ਇਸਨੇ ਰੱਥ ਰੁਕਵਾਇਆ, ਉਤਰਿਆ, ਹੱਥ ਜੋੜ ਕੇ ਆਖਿਆ, ਸੰਤ ਜੀ ਕੁਛ ਦਿਨ ਸਾਡੇ ਗ੍ਰਹਿ ਦੇ 'ਚ ਰਹੋ, ਕੁਛ ਦਿਨ। ਉਹ ਸਾਧੂ ਇੱਕਦਮ ਖੜਾ ਹੋ ਗਿਆ, ਕਹਿੰਦਾ ਚਲੋ। ਰਾਜੇ ਦੀ ਅੱਧੀ ਸ਼ਰਧਾ ਟੁੱਟ ਗਈ। ਕਹਿੰਦਾ ਲੈ, ਇਹ ਤੇ ਨਾਜ਼ ਨਖਰੇ ਕੁਝ ਕੀਤੇ ਹੀ ਨਹੀਂ। ਜਿੰਨੇ ਚਿਰ ਤੱਕ ਬੰਦਾ ਨਾਜ਼ ਨਖਰੇ ਕਰੇ ਨਾ, ਅਗਲਾ ਉਹਨੂੰ ਸੰਤ ਨਹੀਂ ਮੰਨਦਾ। ਇਸ ਵਾਸਤੇ ਬੜੇ ਬੜੇ ਨਖਰੇ ਦਿਖਾਉਂਦੇ ਨੇ ਉਹ ਲੋਕ ਜੋ ਵਾਸਤਵਿਕ ਸੰਤ ਨਹੀਂ ਹੁੰਦੇ। ਗੁਸਤਾਖੀ ਮਾਫ, ਸਰਲ ਨਹੀਂ ਹੁੰਦੇ, ਬੜੇ ਬਿਖਮ ਹੁੰਦੇ ਨੇ, ਬਹੁਤ ਬਿਖਮ ਹੁੰਦੇ ਨੇ, ਸਰਲ ਨਹੀਂ ਹੁੰਦੇ, ਸਾਦੇ ਨਹੀਂ ਹੁੰਦੇ। ਪਰ ਰਾਜੇ ਦੀ ਸ਼ਰਧਾ ਟੁੱਟ ਗਈ ਹੈ। ਇਹ ਤੇ ਇਸੇ ਹੀ ਉਡੀਕ ਸੀ, ਕਦੋਂ ਮੈਂ ਦਾਵਤ ਦੇਵਾਂ ਤੇ ਚਲੀਏ ਮਹਿਲਾਂ 'ਚ। ਇਹ ਤੇ ਇਸੇ ਉਡੀਕ ਸੀ। ਮੈਂ ਕਿਹਾ ਤੇ ਖੜਾ ਹੋ ਗਿਆ। ਹੁਣ ਕਹਿ ਚੁੱਕਿਆ ਸੀ ਰਾਜਾ,
ਹੁਣ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹੀਨ ਸਮਝੀ, ਲੇਕਿਨ ਸ਼ਰਧਾ ਉਸਦੀ ਅੱਧੀ ਟੁੱਟ ਗਈ। ਬਿਠਾ ਲਿਆ ਰੱਥ 'ਚ, ਮਹਿਲਾਂ 'ਚ ਲੈ ਗਿਆ। ਜਿਹੜਾ ਮਹਿਮਾਨ ਖਾਨਾ ਸੀ ਉਹਦੇ 'ਚ ਠਹਿਰਾਇਆ। ਜਿਹੜੇ ਪਕਵਾਨ ਉਹ ਖੁਦ ਖਾਂਦਾ ਸੀ ਅੱਜ ਸਾਧੂ ਨੇ ਉਹੀ ਖਾਧੇ। ਫਿਰ ਉਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਿਲਵਾਏ ਸਨ ਉਹ ਦਿੱਤੇ, ਬਈ ਇਹ ਪਹਿਨ ਲੈ ਤੂੰ। ਉਹਨੇ ਉਹ ਵੀ ਪਾ ਲਏ, ਉਹ ਕੀਮਤੀ ਕੱਪੜੇ ਵੀ ਪਹਿਨ ਲਏ। ਰਾਤ ਨੂੰ ਬੜੇ ਸੁੰਦਰ ਸੇਜਾਂ ਤੇ ਉਹ ਸੁੱਤਾ। ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ, ਐਸ਼ੋ ਆਰਾਮ ਰੋਜ਼ ਮੁਹੱਈਆ ਰਾਜਾ ਕਰਾ ਦਿੰਦਾ ਸੀ। ਅੱਜ ਚੌਥੇ ਦਿਨ ਰਾਜਾ ਕੋਲ ਬੈਠਾ ਹੈ ਤੇ ਸੰਤ ਨੂੰ ਵੀ ਦਿਸ ਪਿਆ ਇਹਦੇ ਅੰਦਰ ਸ਼ਰਧਾ ਨਹੀਂ ਰਹੀ। ਸੰਤ ਨੂੰ ਦਿਸ ਪਿਆ। ਮੈਂ ਹੁਣੇ ਹੀ ਅਰਜ਼ ਕੀਤੀ, ਅੱਖਾਂ ਬਹੁਤ ਕੁਝ ਦੱਸ ਦਿੰਦੀਆਂ, ਬਹੁਤ ਕੁਝ ਦੱਸ ਦਿੰਦੀਆਂ। ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ, ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜੇ ਨੇ, ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ। ਜੋ ਮੈਂ ਕੱਪੜੇ ਪਹਿਨਣ ਉਹੀ ਤੁਸੀਂ ਪਹਿਨਣ, ਜੋ ਮੈਂ ਖਾਦਾ ਹੈ ਉਹੀ ਤੁਸੀਂ ਖਾਦਾ ਹੈ। ਜਿਸ ਤਰ੍ਹਾਂ ਦੇ ਮਹਿਲਾਂ 'ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹਿ ਰਹੇ ਹੋ, ਔਰ ਜਿਸ ਤਰ੍ਹਾਂ ਦੀ ਸੇਜਾ ਤੇ ਮੈਂ ਸੁੱਤਾ ਤੁਸੀਂ ਸੁੱਤੇ ਹੋ। ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਤੇ ਮੇਰੇ ਵਿੱਚ। ਇਸ ਵਾਸਤੇ ਮੇਰਾ ਸਿਰ ਨਹੀਂ ਝੁਕਿਆ, ਇਸ ਵਾਸਤੇ ਮੈਂ ਹੱਥ ਨਹੀਂ ਜੋੜਿਆ। ਜੋ ਇਹ ਮੈਂ ਕਹਿ ਰਿਹਾ ਇਹ ਸਹੀ ਹੈ ਜਾਂ ਗਲਤ, ਤੁਸੀਂ ਦੱਸੋ। ਸੰਤ ਕਹਿਣ ਲੱਗਾ, ਦੱਸਾਂਗਾ ਤੇ ਸਹੀ, ਪਰ ਇੱਥੇ ਨਹੀਂ, ਬਾਹਰ ਚੱਲ ਕੇ। ਪ੍ਰਾਚੀਨ ਗਾਥਾ ਹੈ, ਪੁਰਾਣੀ ਕਥਾ ਹੈ। ਰਾਜਾ ਵੀ ਬੜਾ ਉਤਾਵਲਾ ਸੀ, ਚਲੋ ਦੱਸੇਗਾ। ਕਹਿੰਦੇ ਚਲੋ ਫਿਰ ਬਾਹਰ ਚਲੋ। ਪੁਰਾਣੇ ਰਜਵਾੜੇ ਹੁੰਦੇ ਸਨ, ਛੋਟੀਆਂ ਛੋਟੀਆਂ ਜਗੀਰਾਂ, 8-10 ਪਿੰਡਾਂ ਦਾ ਰਜਵਾੜਾ। ਮਹਾਤਮਾ ਬੁੱਧ ਦਾ ਪਿਤਾ ਕਪਿਲਵਸਤੂ ਦਾ ਰਾਜਾ ਸੀ। 30-40 ਪਿੰਡ ਸਨ, ਛੋਟੇ ਛੋਟੇ, ਔਰ ਕੁਛ ਵੀ ਨਹੀਂ ਸੀ। ਗਾਲਬਨ 3-4 ਫਰਲਾਂਗ ਜਦ ਚਲੇ, ਰਾਜਾ ਕਹਿੰਦਾ ਦੱਸੋ, ਬਹੁਤ ਦੂਰ ਆ ਗਏ, ਤੁਹਾਡੇ ਸਾਡੇ 'ਚ ਫਰਕ ਕੀ ਹੈ। ਸੰਤ ਕਹਿੰਦਾ ਅੱਗੇ ਦੱਸਾਂਗੇ, ਅੱਗੇ ਦੱਸਾਂਗੇ। ਪੂਰਾ ਮੀਲ ਚੱਲ ਰਿਹਾ। ਹੁਣ ਰਾਜਾ ਫਿਰ ਪੁੱਛਦਾ, ਹੁਣ ਤੇ ਦੱਸੋ, ਮੈਂ ਤੇ ਚੱਲ ਕੇ ਥੱਕ ਗਿਆ, ਮੈਂ ਕਦੇ ਇਤਨਾ ਚਲਿਆ ਨਹੀਂ, ਤੁਸੀਂ ਬਹੁਤ ਮੈਨੂੰ ਚਲਾ ਲਿਆ, ਹੁਣ ਤੇ ਦੱਸੋ। ਸੰਤ ਕਹਿੰਦਾ ਦੱਸਾਂਗਾ। ਅੱਗੇ 2 ਮੀਲ ਦੀ ਵਾਟ ਤੈਅ ਹੋਈ, ਇਤਨਾ ਕਦੀ ਚਲਿਆ ਨਹੀਂ ਸੀ ਰਾਜਾ। ਰੱਥ ਤੇ ਸਵਾਰੀ ਕਰਦਾ ਸੀ। ਆਖਣ ਲੱਗਾ, ਸੰਤ ਜੀ ਹੁਣ ਤੇ ਦੱਸੋ। ਕਹਿਣ ਲੱਗੇ, ਥੋੜ੍ਹੀ ਦੂਰ ਹੋਰ ਚੱਲਦਿਆਂ ਦੱਸਾਂਗੇ। ਰਾਜੇ ਦਾ ਹੌਸਲਾ ਬਣ ਗਿਆ। ਚਲਦਿਆਂ ਚਲਦਿਆਂ ਥੋੜ੍ਹੀ ਦੂਰ ਤੇ ਰਾਜਾ ਰੁਕ ਗਿਆ। ਕਹਿੰਦਾ, ਸੰਤ ਜੀ ਹੁਣ ਤੇ ਦੱਸੋ। ਤੇ ਸੰਤ ਕਹਿੰਦਾ, ਨਹੀਂ ਅੱਗੇ। ਰਾਜਾ ਕਹਿੰਦਾ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੀ ਸਟੇਟ ਇੱਥੇ ਤੱਕ ਹੈ, ਮੇਰਾ ਰਾਜ ਪਾਠ ਇੱਥੇ ਤੱਕ ਹੈ, ਮੇਰਾ ਰਾਜ ਪਾਠ ਪਿੱਛੇ ਰਹਿ ਗਿਆ, ਮੇਰੇ ਮਹਿਲ ਪਿੱਛੇ ਰਹਿ ਗਏ, ਮੇਰਾ ਪਰਿਵਾਰ ਪਿੱਛੇ ਰਹਿ ਗਿਆ, ਇੱਥੇ ਹੱਦ ਖਤਮ ਹੁੰਦੀ ਹੈ। ਸੰਤ ਕਹਿਣ ਲੱਗਾ, ਤੇਰੇ ਤੇ ਮੇਰੇ 'ਚ ਇਹੀ ਫਰਕ ਹੈ, ਤੇਰੇ ਮਹਿਲ ਪਿੱਛੇ ਨੇ, ਮੇਰੇ ਅੱਗੇ ਨੇ, ਤੇਰਾ ਸਭ ਕੁਝ ਪਿੱਛੇ ਹੈ, ਮੇਰਾ ਸਭ ਕੁਝ ਅੱਗੇ ਹੈ। ਜਿੱਥੋਂ ਤੇਰਾ ਸਭ ਕੁਝ ਖਤਮ ਹੁੰਦਾ ਹੈ ਉਸੇ ਜਗ੍ਹਾ ਤੋਂ ਮੇਰਾ ਸਭ ਕੁਝ ਸ਼ੁਰੂ ਹੁੰਦਾ ਹੈ। ਜਾ ਤੇਰੇ ਮਹਿਲ ਛੱਡੇ, ਕੱਪੜੇ ਉਤਾਰ ਕੇ ਪਰੇ ਸੁੱਟ ਦਿੱਤੇ, ਆਪਾਂ ਚਲੇ ਅੱਗੇ। ਤੇਰੇ ਮੇਰੇ 'ਚ ਹੀ ਫਰਕ ਹੈ। ਤੂੰ ਅੱਗੇ ਨਹੀਂ ਆ ਸਕਦਾ, ਪਿੱਛੇ ਮੁੜ ਸਕਦਾ ਹੈ, ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ, ਅਗਾਂਹ ਜਾਂਦੇ ਆਉਂਦੇ। ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਝ ਇਹਿਆ ਵਾਰ,
ਬਹੁੜ ਨਾ ਹੋਵੀ ਜਨਮੜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਹੈ? ਬੰਦਾ ਆ ਗਿਆ ਗੁਰਦੁਆਰੇ, ਸੁਰਤ ਪਿੱਛੇ ਕਾਰੋਬਾਰ ਜਾ ਰਹੀ ਹੈ। ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ, ਸ਼ਬਦ ਦੇ ਨਾਲ ਜੋੜ। 1 ਅੱਧੇ ਘੰਟੇ ਲਈ ਤੇ ਕਰ। ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ 'ਚ, ਕਾਰੋਬਾਰ ਦੇ 'ਚ, ਘਰ ਦੇ 'ਚ ਸੁਰਤ ਪਿੱਛੇ ਜਾਂਦੀ ਹੈ, ਅੱਗੇ ਨਹੀਂ ਜਾਂਦੀ। ਸਾਹਿਬ ਕਹਿੰਦੇ ਨੇ ਅਗਾਂਹ ਕੋ ਤਰਾਂਗ, ਪਿੱਛਾ ਫੇਰ ਨਾ ਮੋੜੜਾ। ਪਿੱਛੇ ਤੇ ਸਾਡਾ ਸੰਸਾਰ ਹੈ, ਅੱਗੇ ਨਿਰੰਕਾਰ ਹੈ। ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ, ਕਰਤਾਰ ਤੇ ਅੱਗੇ। ਪਿੱਛੇ ਤੇ ਸਾਡਾ ਕਾਰੋਬਾਰ ਹੈ, ਨਿਰੰਕਾਰ ਦੀ ਦੁਨੀਆ ਤੇ ਅੱਗੇ। ਅਗਾਂਹ ਕੋ ਤਰਾਂਗ, ਪਿੱਛਾ ਫੇਰ ਨਾ ਮੋੜੜਾ। ਨਾਨਕ ਸਿੰਜ ਇਹ ਆਵਾਰ, ਬਹੁੜ ਨਾ ਹੋਵੀ ਜਨਮੜਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਐ ਮੇਰੇ ਪਾਤਸ਼ਾਹ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ, ਦਰ ਸਰਮ ਅਜ਼ ਇਸ਼ਕ ਸੌਦਾ ਏ ਬਿਦੇ। ਉਹ ਪਿਆਰ ਦੇ, ਉਹ ਇਸ਼ਕ ਦੇ, ਉਹ ਭਾਵਨਾ ਦੇ, ਉਹ ਸ਼ਰਧਾ ਦੇ ਕਿ ਇੱਕ ਦਫਾ ਸਾਰੇ ਕਹਿ ਦਿਨ ਨੰਦ ਲਾਲ ਸੁਦਾਈ ਹੋ ਗਿਆ, ਪਾਗਲ ਹੋ ਗਿਆ। ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਆਲਮ ਫਾਜ਼ਲ ਕਹਿੰਦੇ ਨੇ, ਪੰਡਿਤ ਕਹਿੰਦੇ ਨੇ, ਮਹਾਵਿਦਵਾਨ ਕਹਿੰਦੇ ਨੇ। ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ। ਹੈਰਾਨਗੀ ਦੀ ਗੱਲ, ਚੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ ਹੈ। ਇਸ ਦੌਰ ਦੇ 'ਚ ਸ਼ਰਧਾਲੂ ਹੋਣਾ ਬੜਾ ਔਖਾ ਹੋ ਗਿਆ। ਬਹੁਤੇ ਸ਼ਰਧਾਲੂ ਨੂੰ ਲੋਕੀ ਪਾਗਲ ਕਹਿਣ ਲੱਗ ਪੈਂਦੇ, ਬਹੁਤੇ ਸ਼ਰਧਾਲੂ ਨੂੰ ਲੋਕੀ ਭੋਲਾ ਕਹਿਣ ਲੱਗ ਪੈਂਦੇ। ਔਖਾ ਹੋਣਾ, ਨਿੱਕੀ ਨਿੱਕੀ ਗੱਲ ਤੇ ਸ਼ਰਧਾ ਟੁੱਟ ਜਾਂਦੀ ਹੈ ਬੰਦਿਆਂ ਦੀ, ਬਹੁਤ ਛੋਟੀਆਂ ਛੋਟੀਆਂ ਗੱਲਾਂ। ਹਜ਼ਾਰਾਂ ਦਫਾ ਰੱਬ ਦੀ ਕਥਾ ਸੁਣੀ ਹੋਵੇ, ਗੁਰਬਾਣੀ ਦੀ ਵਿਚਾਰ ਸੁਣੀ ਹੋਵੇ, ਕਿਤੇ ਮਾੜੀ ਜਿਹੀਆਂ ਸ਼ਰਧਾ ਬਣਦੀ ਹੈ। ਇੱਕੋ ਹੀ ਮਨੁੱਖ ਦੇ ਕਿਧਰੇ 2 ਬੋਲ ਅਸ਼ਰਧਾ ਬਾਰੇ ਸੁਣ ਲਈਏ, ਸ਼ਰਧਾ ਟੁੱਟ ਜਾਂਦੀ। ਕੀ ਸ਼ਰਧਾ ਹੈ ਮਨੁੱਖਾਂ ਦੀ? ਕੁਛ ਵੀ ਨਹੀਂ, ਕੱਚੀ ਕੰਧ ਤੇ ਖੜੀ ਹੈ। 2 ਲਫ਼ਜ਼ ਬਣੀ ਬਣਾਈ ਸ਼ਰਧਾ ਨੂੰ ਤੋੜ ਕੇ ਰੱਖ ਦਿੰਦੇ ਨੇ। ਇੱਥੋਂ ਹੀ ਪਤਾ ਚੱਲਦਾ ਮਨੁੱਖ ਕੋਲ ਸ਼ਰਧਾ ਐਵੇਂ ਕੱਚੀ ਕੰਧ ਵਰਗੀ ਹੈ, ਕਲਰੀ ਕੰਧ ਵਰਗੀ ਹੈ, ਕੁਛ ਵੀ ਨਹੀਂ, ਮਾੜਾ ਜਿਹਾ ਧੱਕਾ ਦਿੱਤਾ ਤੇ ਗਈ। ਮੈਂ ਫਿਰ ਦੁਹਰਾਵਾਂ, ਇਸ ਦਾ ਖੁਲਾਸਾ ਮੈਂ ਕੱਲ ਕਰਨ ਦੀ ਕੋਸ਼ਿਸ਼ ਕਰਾਂਗਾ, ਸਮਾਂ ਹੋ ਗਿਆ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ, ਦ੍ਰਿਸ਼ਟੀ ਚਾਹੀਦੀ ਹੈ। ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ। ਦ੍ਰਿਸ਼ਟੀ ਗਿਆਨ ਹੈ, ਸਮਝ ਹੈ, ਅਕਲ ਹੈ। ਸ਼ਰਧਾ ਪੈਰ ਨੇ, ਭਾਵਨਾ ਪੈਰ ਹੈ, ਪਿਆਰ ਪੈਰ ਨੇ। ਪੈਂਡਾ ਪਿਆਰ ਨਾਲ ਤੈਅ ਹੁੰਦਾ ਹੈ, ਸ਼ਰਧਾ ਨਾਲ ਤੈਅ ਹੁੰਦਾ ਹੈ, ਅਕਲ ਨਾਲ ਨਹੀਂ। ਅਕਲ ਨਾਲ ਪੈਂਡਾ ਦਿਖਾਈ ਦਿੰਦਾ ਹੈ, ਮੰਜ਼ਿਲ ਦਿਖਾਈ ਦਿੰਦੀ ਹੈ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਨੇ, ਸ਼ਰਧਾ ਬਿਲਕੁਲ ਨਹੀਂ ਹੈ, ਭਾਵਨਾ ਬਿਲਕੁਲ ਨਹੀਂ ਹੈ, ਪਿਆਰ ਬਿਲਕੁਲ ਨਹੀਂ ਹੈ। ਭਾਵੇਂ ਚੋਟੀ ਦਾ ਗਿਆਨੀ ਹੋਵੇ, ਉਹ ਰਾਰ ਹੀ ਰਹਿ ਜਾਏਗਾ, ਕੁਛ ਵੀ ਨਹੀਂ। ਹਿਰਦਾ ਵੀ ਕਠੋਰ ਹੋਵੇਗਾ, ਬੜਾ ਕਠੋਰ ਹੋਵੇਗਾ। 5000 ਸਾਲ ਤੱਕ ਬ੍ਰਾਹਮਣਾਂ ਨੇ, ਜੋ ਚੋਟੀ ਦੇ ਵਿਦਵਾਨ ਸਨ, ਸ਼ੂਦਰਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ। ਬੜਾ ਚੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ। ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ ਮਾਸੂਮ ਬੱਚਿਆਂ ਦਾ। ਕਾਜ਼ੀ ਦਾ ਫਿਤਵਾ ਤੇ ਲਾਜ਼ਮੀ ਸੀ। ਬਗਲ ਦੇ 'ਚ ਕੁਰਾਨ ਪੂਰੀ ਕੰਠ, ਹਾਫਿਜ਼ ਸੀ, ਅਰਥਬੋਧ ਆਉਂਦਾ ਸੀ, ਹਦੀਸਾਂ ਪੜ੍ਹਾਉਂਦਾ ਸੀ। ਬੜਾ ਵਿਦਵਾਨ ਚੋਟੀ ਦਾ, ਹੱਥ ਦੇ 'ਚ ਤਸਬੀਹ ਹੈ। ਜਦ ਸੂਬਾ ਸਰਹੰਦ ਨੇ ਇਹ ਆਖਿਆ, ਇਸਲਾਮ ਇਹ ਕਹਿੰਦਾ ਹੈ, ਮੁਹੰਮਦ ਸਾਹਿਬ ਇਹ ਕਹਿੰਦੇ ਨੇ ਕਿ ਤੇਰੇ ਹੱਥੋਂ ਕਿਸੇ ਨਾਬਾਲਗ ਬੱਚੇ ਦਾ ਔਰ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ, ਖੁਦਾ ਮਾਫ ਨਹੀਂ ਕਰੇਗਾ। ਤਾਂ ਉਹ ਨਵਾਬ ਕਾਜ਼ੀ ਨੂੰ ਕਹਿੰਦਾ, ਕੀ ਕਰੀਏ ਫਿਰ, ਕੀ ਕਰੀਏ, ਇਹਨਾਂ ਬੱਚਿਆਂ ਦਾ ਕੀ ਕਰੀਏ? ਕਾਜ਼ੀ ਕਹਿੰਦਾ, ਖੂਨ ਡੋਲਣ ਦੀ ਕੀ ਲੋੜ ਹੈ, ਖੂਨ ਨਹੀਂ ਡੋਲਦੇ, ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦਿਓ, ਗੱਲ ਖਤਮ। ਇਹ ਕਾਜ਼ੀ ਫੈਸਲਾ ਕਰਦਾ। ਬੜਾ ਵਿਦਵਾਨ, ਬੜਾ ਵਿਦਵਾਨ, ਬੜਾ ਪੰਡਿਤ, ਬੜਾ ਪੜ੍ਹਾ ਲਿਖਾ। ਰਸਤੇ ਤੇ ਚੱਲਣ ਦੀ ਤੌਫੀਕ ਕੋਈ ਨਹੀਂ, ਸ਼ਰਧਾ ਤੇ ਹੈ ਹੀ ਕੋਈ ਨਹੀਂ, ਭਾਵਨਾ ਤੇ ਹੈ ਹੀ ਕੋਈ ਨਹੀਂ, ਪ੍ਰੇਮ ਤੇ ਹੈ ਹੀ ਕੋਈ ਨਹੀਂ। ਸੰਬੰਧ ਤੇ ਪ੍ਰੇਮ ਨਾਲ ਜੁੜਦੇ ਨੇ। ਬੜੇ ਬੜੇ ਗਿਆਨੀ ਕੋਰੇ ਰਹਿ ਜਾਂਦੇ ਨੇ ਸੰਬੰਧ ਨਹੀਂ। ਬੜੇ ਬੜੇ ਦਾਰਸ਼ਨਿਕ, ਫਿਲਾਸਫਰ, ਚਿੰਤਕ, ਬੁਲਾਰੇ, ਲਿਖਾਰੀ, ਮੈਂ ਪੱਥਰ ਦਿਲ ਦੇਖੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ,
कुछ भी नहीं। रस्ता वेखण वास्ते अखां चाहिदियां ने, रस्ते ते चलण वास्ते पैर चाहिदे ने। हुण मैं फिर अर्ज करा, पैर नहीं है ये तो चल ही नहीं सकता, उत्थे बैठा रहेगा, दूजे दे पैरां नाल नहीं चलिया जाता। पर पैर हैगे ने, अखां नहीं। यकीन जाने भटकदा भटकदा किसी दिन पहुंच सकता है। सूरदास अमृतसर पहुंच गया सी, गुरु के चरणों च पहुंच गया सी, भटक भटक के बाहर दी अखां इसदे कोल नहीं सन। जे बाहर दी अखां नहीं है तो बाहर भटक भटक के मनुख बाहर का रस्ता तय कर सकता है। चलो अंदर का ज्ञान परमात्मा का नहीं है, सूझ समझ परमात्मा की नहीं है, सिर्फ भावना प्यार ते शरदा है, यकीन जानो पहुंच जाता है, मनुख पहुंच जाता है। इस नूं मैं फिर थोड़े सामने खोलांगा। 4 दिन मैं होर हाज़री भरनी है, रात दे वक्त 8 ਤੋਂ 9 थोड़े चरण परसांगे, ਉਹਦੇ ਵਿੱਚ ਖੋਲਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਹੀ ਸਮਾਪਤੀ ਭੁੱਲ ਚੁੱਕਦੀ ਸਮਾਂ। ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਵਿੱਚ, ਪਿਆਰ ਦੀ ਸੌਗਾਤ ਪਾਵਨ, ਸ਼ਰਧਾ ਦੀ ਸੌਗਾਤ ਪਾਵਨ, ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ। ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ, ਸ਼ਰਧਾ ਪਹੁੰਚਾ ਦਿੰਦੀ ਹੈ, ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਹੈ, ਪਿਆਰ ਹਿਰਦੇ ਨੂੰ ਅੰਦੋਲਤ ਕਰ ਦਿੰਦਾ ਹੈ। और साफ कह दिता कलगीधर पातशाह, साच कहो सुन लेहो सवे, जिन प्रेम कियो तिन ही प्रभ पाए।